ਸੋ ਪਿਆਰੀ ਸਾਧ ਸੰਗਤ, ਅੱਜ ਜੋ ਜਪਜੀ ਸਾਹਿਬ ਦੀ ਕੱਲ੍ਹ ਆਪਾਂ ਨੇ 16ਵੀਂ ਪੌੜੀ ਦੀ ਵਿਚਾਰ ਕੀਤੀ ਸੀ। ਅੱਜ 17ਵੀਂ ਪੌੜੀ ਦੀ ਵਿਚਾਰ ਕਰਨੀ ਹੈ। ਉਚਾਰਨ ਕਰੋ ਇੱਕ ਵਾਰੀ, ਸਤਿਨਾਮ ਸ੍ਰੀ ਵਾਹਿਗੁਰੂ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੂੰਹ ਪਖਸਾਰ, ਅਸੰਖ ਮੋਨ ਲਿਵ ਲਾਇ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। 17ਵੀਂ ਪੌੜੀ ਹੈ, ਜਿਸ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ। ਉਹਦੀ ਕੁਦਰਤ ਨੂੰ ਉਹਦੀ ਕੁਦਰਤ ਵੀ ਬੇਅੰਤ ਹੈ। ਉਹਦੀ ਕੁਦਰਤ ਦੇ ਵਿੱਚ ਕਿੰਨੇ ਤਰ੍ਹਾਂ ਦੇ ਜੀਅ ਹਨ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਹੜੇ ਚੰਗੇ ਜੀਅ ਹਨ, ਚੰਗੇ ਵੀ ਉਹਨੇ ਬੇਅੰਤ ਪੈਦਾ ਕੀਤੇ ਹਨ, ਮੰਦੇ ਵੀ ਬੇਅੰਤ ਪੈਦਾ ਕੀਤੇ ਹਨ। ਜਿਨ੍ਹਾਂ ਦੀ ਚੰਗੀ ਸੋਚ ਹੈ, ਧਾਰਮਿਕ ਖਿਆਲਾਂ ਵਾਲੇ, ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਚੰਗੀ ਸੋਚ ਵਾਲੇ ਵੀ ਬੜੇ ਪੈਦਾ ਕੀਤੇ ਤੈਂ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਅਸੰਖ ਜਪ ਅਸੰਖ ਭਾਉ। ਅਸੰਖ ਭਾਵ ਬੇਸ਼ੁਮਾਰ, ਅਣਗਿਣਤ ਐਸੇ ਮਨੁੱਖ ਹਨ ਜਿਹੜੇ ਜਪ ਕਰ ਰਹੇ ਹਨ। ਜਪ ਕਰਨ ਵਾਲੇ, ਜਪ ਕਰਨ ਵਾਲੇ ਵੀ ਅਣਗਿਣਤ ਹਨ। ਅਸੰਖ ਭਾਉ, ਦੂਜਿਆਂ ਨਾਲ ਪਿਆਰ ਕਰਨ ਵਾਲੇ, ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਹੜੇ ਦੂਜੇ ਮਨੁੱਖਾਂ ਨਾਲ, ਦੂਜੇ ਜੀਆਂ ਨਾਲ ਪ੍ਰੇਮ ਕਰਨ ਵਾਲੇ, ਪਿਆਰ ਵਾਲਾ ਵਰਤਾਓ ਕਰਨ ਵਾਲੇ। ਕਈਆਂ ਦਾ ਸੁਭਾਅ ਹੁੰਦਾ, ਭਾਵੇਂ ਉਹਦੇ ਨਾਲ ਕੋਈ ਜਿਹਾ ਜਿਹਾ ਮਰਜ਼ੀ ਵਰਤਾਓ ਕਰੇ, ਉਹਨੇ ਦੂਜੇ ਨਾਲ ਪਿਆਰ ਵਾਲਾ ਹੀ ਵਰਤਾਓ ਕਰਨਾ। ਇਹ ਸੁਭਾਅ, ਦੂਜੇ ਨਾਲ ਪਿਆਰ ਨਾਲ ਮਿਲਣਾ, ਪਿਆਰ ਨਾਲ ਗੱਲਬਾਤ ਕਰਨੀ, ਪਿਆਰ ਨਾਲ ਵਰਤਾਵਾ ਕਰਨਾ ਦੂਜੇ ਨਾਲ, ਉਹਨਾਂ ਦਾ ਸੁਭਾਅ ਹੈ। ਐਸੇ ਮਨੁੱਖ ਵੀ ਤਾਂ ਬੇਅੰਤ ਪੈਦਾ ਕੀਤੇ ਹੋਏ ਹਨ, ਅਣਗਿਣਤ। ਜਪ ਕਰਨ ਵਾਲੇ, ਦੂਜੇ ਨਾਲ ਪਿਆਰ ਵਾਲਾ ਸਲੂਕ ਕਰਨ ਵਾਲੇ। ਅਸੰਖ ਪੂਜਾ ਅਸੰਖ ਤਪ ਤਾਉ, ਅਣਗਿਣਤ ਮਨੁੱਖ ਐਸੇ ਪੈਦਾ ਕੀਤੇ ਹਨ ਤੈਂ। ਤੇਰੀ ਪੈਦਾ ਕੀਤੀ ਹੋਈ ਕੁਦਰਤ ਦੇ ਵਿੱਚ ਬੇਅੰਤ ਐਸੇ ਮਨੁੱਖ ਤੈਂ ਪੈਦਾ ਕੀਤੇ ਹਨ, ਪੂਜਾ ਕਰਨ ਵਾਲੇ।
ਪੂਜਾ ਨੂੰ ਚੰਗਾ ਸਮਝ ਕੇ ਪੂਜਾ ਕਰ ਰਹੇ। ਕੋਈ ਕਿਸੇ ਤਰੀਕੇ ਨਾਲ ਪੂਜਾ ਕਰਦਾ, ਕੋਈ ਕਿਸੇ ਤਰੀਕੇ ਨਾਲ ਪੂਜਾ ਕਰਦਾ। ਬੇਅੰਤ ਹਨ ਐਸੇ, ਅਣਗਿਣਤ ਹਨ। ਅਸੰਖ ਦਾ ਮਤਲਬ ਹੈ ਅਣਗਿਣਤ, ਬੇਸ਼ੁਮਾਰ, ਜਿਹਦੀ ਗਿਣਤੀ ਨਾ ਕੀਤੀ ਜਾ ਸਕੇ। ਇਤਨੇ ਲੋਕ ਹਨ ਪੂਜਾ ਕਰਨ ਵਾਲੇ। ਅਸੰਖ ਪੂਜਾ, ਅਸੰਖ ਤਪ ਤਾਓ। ਅਸੰਖ ਅਣਗਿਣਤ ਤਪ ਕਰਨ ਵਾਲੇ, ਸਰੀਰ ਨੂੰ ਤਪਾਉਣ ਵਾਲੇ, ਤਪ ਨੂੰ ਚੰਗਾ ਸਮਝ ਕੇ ਉਹ ਤਪ ਕਰ ਰਹੇ ਹਨ। ਇੱਦਾਂ ਦੀ ਸੋਚ ਰੱਖਣ ਵਾਲੇ, ਤਪ ਕਰਨ ਵਾਲੇ ਵੀ ਬੇਅੰਤ ਹਨ, ਅਣਗਿਣਤ ਹਨ। ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਪ੍ਰਭੂ ਤੇਰੀ ਕੁਦਰਤ ਵਿੱਚ, ਤੇਰੀ ਪੈਦਾ ਕੀਤੀ ਹੋਈ ਜਿਹੜੀ ਕੁਦਰਤ ਹੈ, ਰਚਨਾ ਹੈ, ਇਹਦੇ ਵਿੱਚ ਬੇਅੰਤ ਐਸੇ ਜੀਵ ਹਨ, ਐਸੇ ਮਨੁੱਖ ਹਨ ਜਿਹੜੇ ਜਪ ਕਰ ਰਹੇ ਹਨ, ਤਪ ਕਰ ਰਹੇ ਹਨ, ਪੂਜਾ ਕਰ ਰਹੇ ਹਨ, ਦੂਜੇ ਨਾਲ ਪਿਆਰ ਵਾਲਾ ਸਲੂਕ ਕਰ ਰਹੇ ਹਨ। ਉਹਨਾਂ ਦਾ ਐਸਾ ਸੁਭਾਅ, ਐਸੇ ਸੁਭਾਅ ਵਾਲੇ ਜਿਹੜੇ ਮਨੁੱਖਾਂ ਨੂੰ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਬੇਅੰਤ ਪੈਦਾ ਕੀਤੇ ਹਨ। ਅਸੰਖ ਗ੍ਰੰਥ ਮੁਖ ਵੇਦ ਪਾਠ। ਤੇਰੀ ਪੈਦਾ ਕੀਤੀ ਹੋਈ ਰਚਨਾ ਦੇ ਵਿੱਚ, ਕੁਦਰਤ ਦੇ ਵਿੱਚ ਐਸੇ ਮਨੁੱਖ ਬੇਅੰਤ ਹਨ, ਅਣਗਿਣਤ ਹਨ, ਜਿਹੜੇ ਵੱਖ-ਵੱਖ ਧਾਰਮਿਕ ਗ੍ਰੰਥਾਂ ਦਾ ਪਾਠ ਕਰ ਰਹੇ ਹਨ, ਵੇਦਾਂ ਦਾ ਪਾਠ ਕਰ ਰਹੇ ਹਨ। ਬੇਅੰਤ ਤਰ੍ਹਾਂ ਦੇ ਗ੍ਰੰਥਾਂ ਦਾ ਪਾਠ ਕਰ ਰਹੇ ਹਨ। ਇੱਦਾਂ ਦੇ ਮਨੁੱਖ ਤਾਂ ਬੇਅੰਤ ਪੈਦਾ ਕੀਤੇ ਹਨ। ਅਸੰਖ ਗ੍ਰੰਥ ਮੁਖ ਵੇਦ ਪਾਠ। ਵੇਦ ਆਦਿਕ ਬੇਅੰਤ ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਵਾਲੇ ਪਾਠੀ ਬੇਅੰਤ ਹਨ, ਅਣਗਿਣਤ ਹਨ, ਗਿਣਤੀ ਉਹ ਨਹੀਂ ਕੀਤੀ ਜਾ ਸਕਦੀ। ਅਸੰਖ ਜੋਗ ਮਨ ਰਹਿ ਉਦਾਸ। ਅਣਗਿਣਤ, ਬੇਸ਼ੁਮਾਰ ਐਸੇ ਮਨੁੱਖ ਵੀ ਹੈ ਜਿਹੜੇ ਯੋਗ ਸਾਧਨਾ ਕਰਦੇ ਹੈ, ਯੋਗੀ। ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਯੋਗ ਸਾਧਨਾ ਕਰਨ ਵਾਲੇ। ਅਸੰਖ ਜੋਗ ਮਨ ਰਹਿ ਉਦਾਸ, ਜਿਹੜੇ ਕਿ ਮਾਇਆ ਤੋਂ ਨਿਰਲੇਪ ਰਹਿਣ ਦੀ ਕੋਸ਼ਿਸ਼ ਕਰਦੇ ਹਨ, ਮਾਇਆ ਤੋਂ ਨਿਰਲੇਪ ਹਨ, ਮਾਇਆ ਤੋਂ ਉਦਾਸ ਹਨ, ਸੰਸਾਰ ਤੋਂ ਉਦਾਸ ਹਨ। ਐਸੇ ਮਨੁੱਖਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤੇਰੀ ਪੈਦਾ ਕੀਤੀ ਹੋਈ ਰਚਨਾ, ਤੇਰੀ ਕੁਦਰਤ ਦੇ ਵਿੱਚ ਐਸੇ ਮਨੁੱਖਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਣਗਿਣਤ ਹਨ, ਬੇਸ਼ੁਮਾਰ ਹਨ। ਅੱਗੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ। ਅਸੰਖ ਭਗਤ ਗੁਣ ਗਿਆਨ ਵਿਚਾਰ। ਅਸੰਖ, ਅਣਗਿਣਤ ਹੀ ਐਸੇ ਤੈਂ ਭਗਤ ਪੈਦਾ ਕੀਤੇ ਹੋਏ। ਭਗਤ ਵੀ ਬਹੁਤ ਤਰ੍ਹਾਂ ਦੇ ਹਨ, ਵੱਖ-ਵੱਖ ਢੰਗ ਦੇ ਨਾਲ ਤੇਰੇ ਗੁਣਾਂ ਦੀ ਵਿਚਾਰ ਕਰਦੇ ਹਨ, ਤੇਰੇ ਗਿਆਨ ਦੀ ਵਿਚਾਰ ਕਰਦੇ ਹਨ। ਬਹੁਤ ਤਰ੍ਹਾਂ ਦੇ ਭਗਤ ਹਨ। ਕਿੰਨੇ ਤਰ੍ਹਾਂ ਦੇ ਭਗਤ ਹਨ? ਅਣਗਿਣਤ ਹੀ ਤੇਰੇ ਗੁਣਾਂ ਦੀ ਵਿਚਾਰ ਕਰ ਰਹੇ ਹਨ, ਗਿਆਨ ਦੀ ਵਿਚਾਰ ਕਰਦੇ ਹਨ। ਬੇਅੰਤ ਤਰ੍ਹਾਂ ਦੇ ਹਨ, ਅਣਗਿਣਤ ਹਨ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਭਗਤ ਗੁਣ ਗਿਆਨ ਵਿਚਾਰ। ਅਸੰਖ ਸਤੀ ਅਸੰਖ ਦਾਤਾਰ। ਅਸੰਖ ਸਤੀ, ਅਸੰਖ ਅਣਗਿਣਤ ਹੀ ਜੋ ਤਾਂ ਇਹ ਕੁਦਰਤ ਸਾਜੀ ਹੈ, ਰਚਨਾ ਕੀਤੀ ਹੈ। ਇਸ ਰਚਨਾ ਦੇ ਵਿੱਚ, ਕੁਦਰਤ ਦੇ ਵਿੱਚ ਤੇਰੇ ਪੈਦਾ ਕੀਤੇ ਹੋਏ ਮਨੁੱਖ ਐਸੇ ਹਨ, ਦਾਨ ਕਰਨ ਵਾਲੇ ਦਾਨੀ, ਦਾਤਾਂ ਦੇਣ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਐਸੇ ਵੀ ਤੇ ਬੇਅੰਤ ਪੈਦਾ ਕੀਤੇ ਹਨ।
ਅਣਗਿਣਤ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਸਤੀ ਅਸੰਖ ਦਾਤਾਰ, ਅਸੰਖ ਅਣਗਿਣਤ ਬੇਸ਼ੁਮਾਰ ਦਾਨ ਕਰਨ ਵਾਲੇ, ਦਾਤਾਂ ਦੇਣ ਵਾਲੇ, ਐਸੀ ਮਨੁੱਖਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਸੂਰ ਮੂੰਹ ਭਖਸਾਰ, ਹੇ ਪ੍ਰਭੂ ਤੇਰੀ ਸਾਜੀ ਹੋਈ ਜਿਹੜੀ ਕੁਦਰਤ ਹੈ, ਇਹਦੇ ਵਿੱਚ ਤੈਂ ਬੇਅੰਤ ਐਸੇ ਸੂਰਮੇ ਪੈਦਾ ਕੀਤੇ ਹਨ। ਸੂਰਮੇ ਬਹਾਦਰ, ਉਹਨਾਂ ਦੀ ਵੀ ਗਿਣਤੀ ਕੀਤੀ ਨਹੀਂ ਜਾ ਸਕਦੀ। ਅਣਗਿਣਤ ਹੀ ਪੈਦਾ ਕੀਤੇ ਹਨ ਸੂਰਮੇ ਬਹਾਦਰ, ਜਿਹੜੇ ਜੰਗ ਦੇ ਮੈਦਾਨ ਵਿੱਚ ਸਨਮੁਖ ਹੋ ਕੇ ਆਪਣੇ ਮੂੰਹ 'ਤੇ ਸ਼ਸਤਰਾਂ ਦਾ ਵਾਰ ਸਹਿਣੇ ਵਾਲੇ, ਐਸੇ ਸੂਰਮੇ ਜਿਹੜੀ ਪਿੱਠ ਨਹੀਂ ਦਿਖਾਉਂਦੇ, ਜੰਗ ਦੇ ਮੈਦਾਨ ਵਿੱਚ ਮੂੰਹ 'ਤੇ ਸ਼ਸਤਰਾਂ ਦਾ ਵਾਰ ਸਹਿਣ ਵਾਲੇ, ਐਸੇ ਸੂਰਮੇ ਵੀ ਤਾਂ ਇਤਨੇ ਪੈਦਾ ਕੀਤੇ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਸਮਝਾਉਂਦੇ ਹਨ ਮਹਾਰਾਜ ਕਿ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ, ਉਹਦੀ ਕੁਦਰਤ ਨੂੰ ਕੌਣ ਬਿਆਨ ਕਰ ਸਕਦਾ? ਉਹਦੀ ਕੁਦਰਤ ਦਾ ਕੌਣ ਅੰਤ ਪਾ ਸਕਦਾ? ਇਹ ਭਲੇ ਮਨੁੱਖ, ਇਹਨਾਂ ਦੀ ਉਹ ਗਿਣਤੀ ਨਹੀਂ ਕੀਤੀ ਜਾ ਸਕਦੀ। ਕਹਿੰਦੇ ਅਸੰਖ ਸੂਰ ਮੂੰਹ ਭਖਸਾਰ, ਅਸੰਖ ਅਣਗਿਣਤ ਐਸੇ ਪੈਦਾ ਕੀਤੇ ਹਨ ਸੂਰਮੇ। ਅਸੰਖ ਮੋਨ ਲੇਵਲਾਏ ਤਾਰ, ਅਸੰਖ ਅਣਗਿਣਤ ਹੀ ਐਸੇ ਪੈਦਾ ਕੀਤੇ ਹਨ ਜਿਹੜੇ ਮੌਨ, ਚੁੱਪ ਕਰਕੇ ਸਮਾਧੀਆਂ ਲਾਉਣ ਵਾਲੇ, ਚੁੱਪ ਧਾਰ ਕੇ ਇੱਕੋ ਲੇਵ ਜੋੜ ਕੇ ਸਮਾਧੀ ਲਾਉਣ ਵਾਲੇ ਹਨ, ਜਿਹੜੇ ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਉਹ ਸਮਾਧੀਆਂ ਲਾਉਣੀਆਂ ਚੰਗੀਆਂ ਜਾਣ ਕੇ, ਚੰਗਾ ਕੰਮ ਸਮਝ ਕੇ ਸਮਾਧੀਆਂ ਲਾ ਰਹੇ, ਚੁੱਪ ਕਰਕੇ ਆਪਣੀ ਸੋਚ ਮੁਤਾਬਕ, ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਣਗਿਣਤ ਹਨ ਐਸੀ ਮਨੁੱਖਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ। ਅਸੰਖ ਸੂਰ ਮੂੰਹ ਭਖਸਾਰ, ਅਸੰਖ ਮੌਨ ਲਿਵ ਲਾਏ ਤਾਰ, ਮੌਨ ਧਾਰ ਕੇ, ਚੁੱਪ ਕਰਕੇ, ਲਿਵ ਲਾਏ ਤਾਰ, ਇੱਕੋ ਤਾਰ ਲਾ ਕੇ, ਇੱਕੋ ਲਿਵ ਲਾ ਕੇ ਸਮਾਧੀ ਲਾਉਣ ਵਾਲੇ, ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕੁਦਰਤ ਕਵਣ ਕਹਾਂ ਵਿਚਾਰ, ਹੇ ਪ੍ਰਭੂ ਮੈਂ ਕੌਣ ਹਾਂ? ਤੇਰੀ ਕੁਦਰਤ ਦੀ ਵਿਚਾਰ ਕਰਨ ਵਾਲਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਮੈਂ ਤੇਰੀ ਕੁਦਰਤ। ਦੇਖੋ ਰੱਬ ਦਾ ਅਸੀਂ ਅੰਤ ਕਿਵੇਂ ਪਾ ਲਵਾਂਗੇ? ਉਹਦੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਮੈਂ ਕੌਣ ਹਾਂ ਤੇਰੀ ਕੁਦਰਤ ਦਾ ਅੰਤ ਪਾਉਣ ਵਾਲਾ? ਮੈਂ ਤੇਰੀ ਕੁਦਰਤ ਬਾਰੇ ਕੀ ਵਿਚਾਰ ਕਰ ਸਕਦਾ? ਹੇ ਪ੍ਰਭੂ ਕੁਦਰਤ ਕਵਣ ਕਹਾਂ ਵਿਚਾਰ, ਤੇਰੀ ਕੁਦਰਤ ਦਾ, ਤੇਰੀ ਕੁਦਰਤ ਦੀ ਮੈਂ ਕੀ ਵਿਚਾਰ ਕਰਕੇ ਦੱਸਾਂ? ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਮੈਂ ਤਾਂ ਹੇ ਪ੍ਰਭੂ ਤੇਰੇ ਤੋਂ ਇੱਕ ਵਾਰ ਵੀ ਸਦਕੇ ਜਾਣ ਜੋਗਾ ਵੀ ਨਹੀਂ ਹਾਂ, ਕਿਉਂਕਿ ਤੇਰੀ ਹਸਤੀ ਬਹੁਤ ਵੱਡੀ ਹੈ। ਮੈਂ ਤਾਂ ਇੱਕ ਮਾਮੂਲੀ ਕਿਣਕਾਂ, ਮੈਂ ਤਾਂ ਤੇਰੇ ਤੋਂ ਸਦਕੇ ਜਾਣ ਜੋਗਾ ਵੀ ਨਹੀਂ ਹੈ, ਇੱਕ ਕਿਣਕੇ ਦੇ ਮੁਤਾਬਕ ਹਾਂ। ਮੈਂ ਤਾਂ, ਤੇਰੀ ਹਸਤੀ ਬਹੁਤ ਵੱਡੀ ਹੈ, ਬਿਆਨ ਨਹੀਂ ਕੀਤੀ ਜਾ ਸਕਦੀ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਪ੍ਰਭੂ ਮੇਰੇ ਲਈ ਜੋ ਕੁਝ ਤੈਨੂੰ ਚੰਗਾ ਲੱਗਦਾ ਨਾ, ਜਿਹੜਾ ਕੰਮ ਤੈਨੂੰ ਚੰਗਾ ਲੱਗਦਾ, ਉਹੀ ਕੰਮ ਮੇਰੇ ਲਈ ਚੰਗਾ ਹੋ ਸਕਦਾ। ਜਿਹੜਾ ਕੰਮ ਤੈਨੂੰ ਚੰਗਾ ਲੱਗਦਾ,
ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਮੇਰੇ ਲਈ ਉਹੀ ਕੰਮ ਚੰਗਾ ਲੱਗ ਸਕਦਾ, ਮੇਰੇ ਵਾਸਤੇ ਉਹੀ ਚੰਗਾ ਕੰਮ ਹੋ ਸਕਦਾ। ਜੋ ਤੁਧ ਭਾਵੇ ਸਾਈ ਭਲੀ ਕਾਰ, ਭਾਵ ਮੈਨੂੰ ਤੇਰੀ ਰਜ਼ਾ ਵਿੱਚ ਰਹਿਣਾ ਹੀ ਚੰਗਾ। ਸਾਨੂੰ ਉਹਦੀ ਰਜ਼ਾ ਵਿੱਚ ਰਹਿਣਾ ਸਿਖਾਉਂਦੇ ਹਨ ਮਹਾਰਾਜ ਕਿ ਜੋ ਕੁਝ ਵੀ ਪ੍ਰਭੂ ਕਰ ਰਿਹਾ ਨਾ ਸਾਡੇ ਲਈ ਚੰਗਾ ਕਰ ਰਿਹਾ। ਜੋ ਕੁਝ ਵੀ ਕਰ ਰਿਹਾ, ਜੇ ਉਹ ਸਾਨੂੰ ਦੁੱਖ ਦੇ ਰਿਹਾ ਉਹ ਵੀ ਸਾਡੇ ਭਲੇ ਲਈ ਹੈ, ਜੇ ਸਾਨੂੰ ਸੁੱਖ ਦੇ ਰਿਹਾ ਉਹ ਵੀ ਸਾਡੇ ਭਲੇ ਲਈ, ਜੇ ਸਾਡੀ ਇੱਜ਼ਤ ਕਰਾ ਰਿਹਾ ਉਹ ਵੀ ਸਾਡੇ ਭਲੇ ਲਈ, ਜੇ ਸਾਡੀ ਬੇਇੱਜ਼ਤੀ ਵੀ ਕਰਾ ਰਿਹਾ ਇਹਦੇ ਵਿੱਚ ਵੀ ਭਲਾ ਕਰ ਰਿਹਾ ਉਹ। ਅਸੀਂ ਕਈ ਵਾਰ ਤੜਫ ਜਾਂਦੇ, ਇਹਦੇ ਵਿੱਚ ਹੀ ਭਲਾ ਕਰ, ਸਾਡਾ ਜੀਵਨ ਬਦਲਦਾ ਉਹ, ਸਾਨੂੰ ਸਹੀ ਰਸਤਾ ਦੱਸਦਾ। ਕਈ ਵਾਰੀ ਬੇਇੱਜ਼ਤੀ ਕਰਾ ਦਿੰਦਾ, ਇੱਕ ਮਾਮੂਲੀ ਬੰਦਾ ਹੁੰਦਾ ਉਹ ਬੇਇੱਜ਼ਤੀ ਕਰ ਦਿੰਦਾ, ਉਹਦੇ ਵਿੱਚ ਵੀ ਕੁਝ ਸਮਝਾ ਰਿਹਾ ਹੁੰਦਾ ਉਹ, ਪਰ ਬੰਦਾ ਬਰਦਾਸ਼ਤ ਨਹੀਂ ਕਰਦਾ। ਕਹਿੰਦੇ ਮੇਰੇ ਲਈ ਉਹੀ ਕੰਮ ਚੰਗਾ ਪ੍ਰਭੂ ਜਿਹੜਾ ਤੈਨੂੰ ਚੰਗਾ ਲੱਗਦਾ। ਜੇ ਮੈਂ ਤੇਰੀ ਰਜ਼ਾ ਵਿੱਚ ਚੱਲਾਂਗਾ, ਤੇਰੇ ਭਾਣੇ ਵਿੱਚ ਚੱਲਾਂਗਾ, ਤੇਰਾ ਹੁਕਮ ਮੰਨਾਂਗਾ, ਤੇਰੀ ਰਜ਼ਾ ਵਿੱਚ ਚੱਲਣਾ ਹੀ ਮੇਰੇ ਲਈ ਚੰਗਾ ਹੋ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਪ੍ਰਭੂ ਤੂੰ ਸਦਾ ਸਲਾਮਤ, ਭਾਵ ਅਟਲ ਰਹਿਣ ਵਾਲਾ, ਸਦਾ ਕਾਇਮ ਰਹਿਣ ਵਾਲਾ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਪੌੜੀ ਹੈਗੀ 17ਵੀਂ। ਹੁਣ ਦੇਖੋ ਅਗਲੀ 18ਵੀਂ ਪੌੜੀ। ਇਹ ਤਾਂ ਹੁਣ ਚੰਗੇ, ਜਿਹੜੇ ਚੰਗੇ ਸੁਭਾਅ ਵਾਲੇ, ਮਤਲਬ ਚੰਗਾ ਕੰਮ ਸਮਝ ਕੇ ਜਪ ਕਰ ਰਿਹਾ, ਕੋਈ ਤਪ ਕਰ ਰਿਹਾ, ਕੋਈ ਸਮਾਧੀਆਂ ਲਾ ਰਿਹਾ, ਕੋਈ ਪੂਜਾ ਕਰ ਰਿਹਾ, ਕੋਈ ਵੇਦਾਂ ਦਾ ਪਾਠ ਕਰ ਰਿਹਾ, ਕੋਈ ਮੌਨ ਧਾਰ ਰਿਹਾ। ਬੇਅੰਤ ਲੋਕ ਤਾਂ ਐਸੇ ਪੈਦਾ ਕੀਤੇ ਹਨ। ਹੁਣ ਦੂਜੇ ਉਲਟ ਜਿਹੜੇ ਗਲਤ ਕਰ ਰਹੇ ਕੰਮ, ਉਹਨਾਂ ਦੀ ਵੀ ਕੋਈ ਕਮੀ ਨਹੀਂ ਹੈ। ਹੁਣ ਅਗਲੀ ਪੌੜੀ ਦੇ ਵਿੱਚ ਦੇਖੋ ਕੀ ਕਹਿ ਰਹੇ ਆ ਬੜੇ ਪਿਆਰ ਨਾਲ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਕਾਹੇ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਹੁਣ 18ਵੀਂ ਪੌੜੀ ਦੇ ਵਿੱਚ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਹਨ ਜਿਹੜੇ ਭੈੜੇ ਪਾਸੇ ਲੱਗੇ ਹੋਏ। ਕਹਿੰਦੇ ਅਸੰਖ ਮੂਰਖ ਹੈ ਪ੍ਰਭੂ, ਤੇਰੀ ਪੈਦਾ ਕੀਤੀ ਹੋਈ ਰਚਨਾ, ਤੇਰੀ ਪੈਦਾ ਕੀਤੀ ਹੋਈ ਕੁਦਰਤ ਦੇ ਵਿੱਚ ਮੂਰਖਾਂ ਦੀ ਵੀ ਕਮੀ ਨਹੀਂ ਹੈ। ਮੂਰਖ ਅਸੰਖ, ਅਣਗਿਣਤ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਮੂਰਖ ਅੰਧ ਘੋਰ, ਅੰਨੇ ਭਾਵ ਮਹਾਮੂਰਖ, ਜਿਹੜੇ ਬੇਅੰਤ ਮੂਰਖ ਆਪਾਂ ਕਹਿੰਦੇ ਨੇ ਨਾ, ਇੱਕ ਤਾਂ ਵੈਸੇ ਮੂਰਖ, ਇੱਕ ਬੇਅੰਤ ਮੂਰਖ, ਮਹਾਮੂਰਖ ਕਹਿੰਦੇ ਨੇ ਉਹਨੂੰ। ਇਹੋ ਜਿਹੇ ਮਹਾਮੂਰਖਾਂ ਦੀ ਵੀ ਕੋਈ ਕਮੀ ਨਹੀਂ ਹੈ। ਤੈਂ ਅਣਗਿਣਤ ਬੇਸ਼ੁਮਾਰ ਮਹਾਮੂਰਖ ਪੈਦਾ ਕੀਤੇ ਹਨ। ਤੇਰੀ ਕੁਦਰਤ ਦੇ ਵਿੱਚ ਮਹਾਮੂਰਖਾਂ ਦੀ ਵੀ ਕਮੀ ਨਹੀਂ ਹੈ। ਅਸੰਖ ਚੋਰ ਹਰਾਮ ਖੋਰ, ਤੇਰੀ ਕੁਦਰਤ ਦੇ ਵਿੱਚ, ਤੇਰੀ ਪੈਦਾ ਕੀਤੀ ਹੋਈ ਰਚਨਾ ਦੇ ਵਿੱਚ ਚੋਰਾਂ ਦੀ ਵੀ ਕਮੀ ਨਹੀਂ ਹੈ। ਬੇਅੰਤ ਅਣਗਿਣਤ
ਚੋਰ ਪੈਦਾ ਕੀਤੇ ਹੋਏ ਹਨ, ਹਰਾਮ ਖੋਰ, ਹਰਾਮ ਦਾ ਮਾਲ ਆਪਣੇ ਘਰ ਲਿਆਉਣ ਵਾਲੇ। ਚੋਰਾਂ ਦੇ ਘਰ ਵਿੱਚ ਆਪਣੀ ਕਮਾਈ ਦੀ ਕੋਈ ਚੀਜ਼ ਨਹੀਂ ਹੁੰਦੀ, ਘਰ ਉਹਨਾਂ ਦਾ ਭਰਿਆ ਹੁੰਦਾ, ਸਭ ਹਰਾਮ ਦਾ ਹੁੰਦਾ, ਦੂਜਿਆਂ ਦਾ ਢੋਇਆ ਹੁੰਦਾ ਆਪਣੇ ਘਰ। ਦੂਜਿਆਂ ਦਾ ਮਾਲ ਚੁਰਾਉਣ ਵਾਲੇ, ਚੋਰੀਆਂ ਕਰਨ ਵਾਲੇ ਐਸੇ ਚੋਰ ਤਾਂ ਪੈਦਾ ਕੀਤੇ ਹੋਏ ਹਨ, ਉਹਨਾਂ ਚੋਰਾਂ ਦੀ ਕਮੀ ਨਹੀਂ ਹੈ, ਗਿਣਤੀ ਨਹੀਂ ਕੀਤੀ ਜਾ ਸਕਦੀ। ਦੇਖੋ ਜਪਜੀ ਸਾਹਿਬ ਕੀ ਸਮਝਾਉਂਦੇ ਹਨ ਮਹਾਰਾਜ। ਅਸੰਖ ਚੋਰ ਹਰਾਮ ਖੋਰ, ਹਰਾਮ ਦੂਜਿਆਂ ਦਾ ਮਾਲ ਢੋਣ ਵਾਲੇ। ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ। ਹੇ ਪ੍ਰਭੂ, ਤੇਰੀ ਪੈਦਾ ਕੀਤੀ ਹੋਈ ਰਚਨਾ, ਤੇਰੀ ਪੈਦਾ ਕੀਤੀ ਹੋਈ ਰਚਨਾ ਕੁਦਰਤ ਦੇ ਵਿੱਚ ਅਸੰਖ ਅਣਗਿਣਤ ਲੋਕ ਐਸੇ ਹਨ ਦੂਜਿਆਂ ਉੱਤੇ ਹੁਕਮ ਚਲਾਉਣ ਵਾਲੇ, ਦੂਜਿਆਂ ਉੱਤੇ ਹੁਕਮ ਚਲਾ ਰਹੇ ਹਨ, ਦੂਜਿਆਂ ਦੇ ਨਾਲ ਵਧੀਕੀਆਂ ਕਰ ਰਹੇ ਹਨ। ਅਮਰ ਕਰ ਜਾਹੇ ਜੋਰ, ਆਪਣਾ ਜ਼ੋਰ ਜਮਾਉਣੇ ਉਹਨਾਂ ਉੱਤੇ, ਵਧੀਕੀਆਂ ਕਰ ਰਹੇ ਹਨ, ਹੁਕਮ ਚਲਾ ਰਹੇ ਹਨ, ਉਹਨਾਂ ਦੇ ਉੱਤੇ ਧੱਕਾ ਕਰ ਰਹੇ ਹਨ। ਧੱਕੇਸ਼ਾਹੀ ਕਰਨ ਵਾਲੇ ਐਸੇ ਮਨੁੱਖ ਵੀ ਤਾਂ ਬੇਅੰਤ ਪੈਦਾ ਕਰ ਦਿੱਤੇ। ਤੇਰੀ ਕੁਦਰਤ ਦੇ ਵਿੱਚ, ਤੇਰੀ ਪੈਦਾ ਕੀਤੀ ਹੋਈ ਰਚਨਾ ਦੇ ਵਿੱਚ ਧੱਕੇਸ਼ਾਹੀ ਕਰਨ ਵਾਲੇ, ਦੂਜਿਆਂ ਦੇ ਉੱਤੇ ਹੁਕਮ ਚਲਾਉਣ ਵਾਲੇ ਇਤਨੇ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਬੇਸ਼ੁਮਾਰ ਹਨ। ਤੇ ਐਸੇ ਲੋਕ ਵੀ ਬੜੇ ਪੈਦਾ ਕੀਤੇ ਨੇ। ਹਸੰਖ ਗਲ ਵੱਢ ਹੱਤਿਆ ਕਮਾਏ। ਹੇ ਪ੍ਰਭੂ, ਤੇਰੀ ਪੈਦਾ ਕੀਤੀ ਹੋਈ ਰਚਨਾ ਕੁਦਰਤ ਦੇ ਵਿੱਚ ਐਸੇ ਅਣਗਿਣਤ ਲੋਕ ਹਨ ਜਿਹੜੇ ਦੂਜਿਆਂ ਦਾ ਗਲ ਵੱਢਣ ਵਾਲੇ, ਦੂਜਿਆਂ ਦਾ ਖੂਨ ਪੀਣ ਵਾਲੇ, ਐਸੇ ਤਾਂ ਬੇਅੰਤ ਪੈਦਾ ਕੀਤੇ ਹਨ। ਅਸੰਖ ਗਲ ਵੱਢ ਹੱਤਿਆ ਕਮਾਏ, ਹੱਤਿਆ ਕਰਨ ਵਾਲੇ। ਹੁਣ ਦੇਖੋ, ਜਿਹੜੇ ਭਰੇ ਲੋਕ ਹਨ ਉਹ ਅੰਮ੍ਰਿਤ ਵੇਲੇ ਉੱਠਦੇ ਹਨ, ਸਾਜਰੇ ਉੱਠਦੇ ਹਨ, ਉੱਠ ਕੇ ਕੋਈ ਮਸੀਤ ਵੱਲ ਨੂੰ ਜਾਂਦਾ, ਕੋਈ ਮੰਦਰਾਂ ਵੱਲ ਨੂੰ ਜਾਂਦਾ, ਕੋਈ ਗੁਰਦੁਆਰੇ ਵੱਲ ਨੂੰ ਜਾਂਦਾ, ਕੋਈ ਇਸ਼ਨਾਨ ਕਰਦਾ, ਕੋਈ ਚੰਗੇ ਕੰਮ ਵੀ ਕਰਦੇ, ਆਪਣੇ ਆਪਣੇ ਮੁਤਾਬਕ, ਆਪਣੀ ਆਪਣੀ ਸੋਚ ਮੁਤਾਬਕ, ਚੰਗੀ ਸੋਚ ਵਾਲੇ। ਕੋਈ ਪਾਠ ਕਰ ਰਿਹਾ ਹੈ, ਕੋਈ ਕਿਸੇ ਤਰ੍ਹਾਂ ਦੀ ਪੂਜਾ ਕਰਦਾ, ਕੋਈ ਕਿਸੇ ਤਰ੍ਹਾਂ ਦੀ ਪੂਜਾ ਕਰਦਾ, ਚੰਗਾ ਸਮਝ ਕੇ। ਪਰ ਕਈ ਸਾਜਰੇ ਉੱਠੇ ਹਨ, ਉਹ ਛੁਰੀਆਂ ਵੀ ਤਿੱਖੀਆਂ ਕਰ ਰਹੇ ਨੇ। ਸਾਜਰੇ ਉੱਠ ਕੇ ਉਹਨੇ ਹੋਰ ਕੁਝ ਨਹੀਂ ਕਰਨਾ, ਉਹਨੇ ਛੁਰੀਆਂ ਤਿੱਖੀਆਂ ਕਰਨੀਆਂ ਗਲ ਵੱਢਣ ਵਾਸਤੇ। ਐਸੇ ਵੀ ਉਸਨੇ ਇਤਨੇ ਪੈਦਾ ਕਰ ਦਿੱਤੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਹਿੰਦੇ ਅਸੰਖ ਗਲ ਵੱਢ ਹੱਤਿਆ ਕਮਾਏ। ਅਸੰਖ ਪਾਪੀ ਪਾਪ ਕਰ ਜਾਏ। ਤੇਰੀ ਪੈਦਾ ਕੀਤੀ ਹੋਈ ਰਚਨਾ, ਤੇਰੀ ਪੈਦਾ ਕੀਤੀ ਹੋਈ ਕੁਦਰਤ ਦੇ ਵਿੱਚ ਜਿਹੜੇ ਪਾਪੀ ਹਨ, ਪਾਪ ਕਰਨ ਵਾਲੇ ਬੇਅੰਤ ਹਨ, ਅਣਗਿਣਤ ਹਨ, ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਪਾਪੀ ਪਾਪ ਕਰ ਜਾਏ। ਉਹ ਇਸ ਜਗਤ ਵਿੱਚੋਂ ਪਾਪ ਕਰਦੇ ਲੰਘ ਜਾਂਦੇ, ਉਹਨਾਂ ਨੇ ਪਾਪ ਹੀ ਕਰਨਾ, ਬਹੁਤ ਤਰ੍ਹਾਂ ਦੇ ਪਾਪ। ਉਹਨਾਂ ਨੇ ਪਾਪ ਕਰਦਿਆਂ ਨਹੀਂ ਇਸ ਜਗਤ ਵਿੱਚੋਂ ਤੁਰ ਜਾਣਾ, ਪਰ ਪਾਪ ਕਰਨੇ ਤੋਂ ਹਟਣਾ ਨਹੀਂ ਹੈ ਉਹਨਾਂ ਨੇ। ਨਾਲੇ ਪਤਾ ਵੀ ਤੁਰ ਜਾਣਾ, ਇੱਥੋਂ ਲੰਘ ਜਾਣਾ, ਉਹਨਾਂ ਨੇ ਪਾਪ ਹੀ ਕਰਨਾ। ਐਸੇ ਲੋਕ ਤਾਂ ਬੇਅੰਤ ਪੈਦਾ ਕੀਤੇ ਹੋਏ ਹਨ। ਤੇਰੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ, ਤੇਰੀ ਪੈਦਾ ਕੀਤੀ ਹੋਈ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇਰਾ ਕਿਵੇਂ ਪਾਇਆ ਜਾ ਸਕਦਾ ਜੇ ਤੇਰੀ ਪੈਦਾ ਕੀਤੀ ਹੋਈ ਰਚਨਾ ਦਾ ਹੀ ਨਹੀਂ ਅੰਤ ਪਾਇਆ ਜਾ ਸਕਦਾ? ਤੇਰਾ ਅੰਤ ਕੌਣ ਪਾ ਲੇਗਾ? ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਏ।
ਅਣਗਿਣਤ ਐਸੇ ਲੋਕ ਤਾਂ ਪੈਦਾ ਕਰ ਦਿੱਤੇ, ਐਸੇ ਮਨੁੱਖ ਪੈਦਾ ਕੀਤੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਝੂਠ ਹੀ ਝੂਠ ਹੈ। ਉਹਨਾਂ ਨੇ ਝੂਠੇ ਬੋਲਣਾ, ਹਰ ਗੱਲ ਵਿੱਚ ਝੂਠ, ਹਰ ਗੱਲ ਵਿੱਚ ਝੂਠ। ਉਹਨਾਂ ਦੇ ਕੋਲ ਹੋਰ ਦੂਜੀ ਗੱਲ ਹੈ ਉਹ ਨਹੀਂ ਕੋਈ, ਝੂਠੇ ਝੂਠ ਹੈ। ਅਸੰਖ ਕੂੜਿਆਰ ਕੂੜੇ ਫਿਰਾਏ, ਉਹਨਾਂ ਦਾ ਸੁਭਾਅ ਐਸਾ ਹੈ, ਉਹਨਾਂ ਦਾ ਸੁਭਾਅ ਐਸਾ ਬਣਿਆ ਹੋਇਆ, ਹਰੇ ਗੱਲ ਵਿੱਚ ਝੂਠੇ ਬੋਲਣਾ ਉਹਨੇ। ਅਸੰਖ ਕੂੜਿਆਰ ਕੂੜੇ ਫਿਰਾਏ, ਅਸੰਖ ਮਲੇਸ਼ ਮਲ ਭਖ ਖਾਏ। ਅਸੰਖ ਅਣਗਿਣਤ ਬੇਸ਼ੁਮਾਰ ਐਸੇ ਮਨੁੱਖ ਹਨ, ਮਲੇਸ਼ ਮਲੀਨ ਮੱਤ ਵਾਲੇ, ਭੈੜੀ ਮੱਤ ਵਾਲੇ, ਗੰਦੀ ਸੋਚ ਵਾਲੇ, ਅਣਗਿਣਤ ਹਨ ਜਿਨ੍ਹਾਂ ਦੀ ਬੁੱਧੀ ਭ੍ਰਿਸ਼ਟ ਹੋਈ ਹੋਈ ਹੈ। ਮਲੀਨ ਮੱਤ ਵਾਲੇ, ਮਲੇਸ਼, ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ, ਅਣਗਿਣਤ ਹਨ। ਅਸੰਖ ਮਲੇਸ਼ ਮਲ ਭਖ ਖਾਏ, ਮਲ ਖਾਣ ਵਾਲੇ, ਗੰਦ ਖਾਣ ਵਾਲੇ, ਐਸੇ ਵੀ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਹੜੇ ਕਿ ਖੋਟੀ ਬੁੱਧੀ ਵਾਲੇ, ਅਖਾਜ ਹੀ ਖਾਈ ਜਾਂਦੇ ਹਨ, ਨਾ ਖਾਣ ਵਾਲਾ ਵੀ ਖਾਈ ਜਾਂਦੇ, ਸਭ ਕੁਛ ਹੀ ਹਜਮ ਆਉਣਾ। ਅੱਗੇ ਅਸੰਖ ਨਿੰਦਕ ਸਿਰ ਕਰੇ ਭਾਰ, ਤੇ ਨਿੰਦਕ ਵੀ ਬਹੁਤ ਪੈਦਾ ਕੀਤੇ ਹੈ। ਕਈਆਂ ਦਾ ਸੁਭਾਅ ਐਸਾ, ਨਿੰਦਿਆ ਹੀ ਕਰੀ ਜਾਣੀ ਉਹਨੇ, ਚੰਗਿਆਂ ਦੀ ਵੀ ਨਿੰਦਿਆ ਕਰੀ ਜਾਣੀ। ਉਹਨਾਂ ਨੇ ਨਿੰਦਿਆ ਹੀ ਨਿੰਦਿਆ ਕਰਨੀ। ਇਹੋ ਜਿਹੇ ਲੋਕ ਤਾਂ ਬੇਅੰਤ ਪੈਦਾ ਕੀਤੇ ਹਨ ਤੇਰੀ ਰਚਨਾ ਦੇ ਵਿੱਚ। ਤੇਰੀ ਪੈਦਾ ਕੀਤੀ ਹੋਈ ਰਚਨਾ, ਤੇਰੀ ਪੈਦਾ ਕੀਤੀ ਹੋਈ ਕੁਦਰਤ ਦੇ ਵਿੱਚ ਨਿੰਦਕਾਂ ਦੀ ਕੋਈ ਕਮੀ ਨਹੀਂ ਹੈ। ਅਣਗਿਣਤ ਹਨ, ਬੇਸ਼ੁਮਾਰ ਨਿੰਦਕ ਪੈਦਾ ਕੀਤੇ ਹਨ। ਉਹਨਾਂ ਨੇ ਸਵੇਰ ਤੋਂ ਲੈ ਕੇ ਸਾਰਾ ਦਿਨ ਨਿੰਦਿਆ ਵਿੱਚ ਲੰਘਣਾ। ਉਹਨਾਂ ਦਾ ਉਹਦੀ ਵੀ ਨਿੰਦਿਆ, ਉਹਦੀ ਵੀ ਨਿੰਦਿਆ, ਉਹਦੀ ਵੀ ਨਿੰਦਿਆ। ਅਸੰਖ ਨਿੰਦਕ ਸਿਰ ਕਰੇ ਭਾਰ, ਆਪਣੇ ਸਿਰ ਤੇ ਨਿੰਦਿਆ ਦਾ ਭਾਰ ਚੁੱਕੀ ਫਿਰਦੇ ਵਿਚਾਰੇ। ਐਸੇ ਵੀ ਬੇਅੰਤ ਲੋਕ ਪੈਦਾ ਕੀਤੇ ਹਨ, ਬਿਨਾਂ ਮਤਲਬ ਤੇ ਨਿੰਦਿਆ ਉਹਨੇ ਪੈਦਾ ਕੀਤੇ ਹੈ। ਕਿਰਤ ਨਿੰਦਕ ਕਾ ਧੁਰ ਹੀ ਪਿਆ, ਉਹਨਾਂ ਦਾ ਸੁਭਾਅ ਐਸਾ। ਕਹਿੰਦੇ ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੈ ਵਿਚਾਰ। ਹੇ ਪ੍ਰਭੂ, ਮੈਂ ਕੌਣ ਹਾਂ ਤੇਰੀ ਕੁਦਰਤ ਦੀ ਵਿਚਾਰ ਕਰਨ ਵਾਲਾ। ਨਾਨਕ ਵਿਚਾਰਾ, ਇੱਕ ਐ ਛੋਟੀ ਜਿਹੀ ਵਿਚਾਰ ਕਰ ਰਿਹਾ। ਤਾਂ ਐਸੇ ਲੋਕ ਵੀ ਬੇਅੰਤ ਪੈਦਾ ਕੀਤੇ ਹਨ, ਮੈਂ ਉਹਨਾਂ ਦੀ ਵਿਚਾਰ ਨਹੀਂ ਕਰ ਸਕਦਾ, ਮੈਂ ਉਹਨਾਂ ਦਾ ਅੰਤ ਨਹੀਂ ਪਾ ਸਕਦਾ। ਪ੍ਰਭੂ, ਤੇਰੀ ਪੈਦਾ ਕੀਤੀ ਹੋਈ ਰਚਨਾ, ਤੇਰੀ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ, ਪਾਇਆ ਹੀ ਨਹੀਂ ਜਾ ਸਕਦਾ। ਐਸੇ ਲੋਕ ਤਾਂ ਬੇਅੰਤ ਪੈਦਾ ਕੀਤੇ ਹਨ। ਅੱਗੇ ਸਤਿਗੁਰੂ ਜੀ ਕਹਿੰਦੇ ਹਨ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੈ ਵਿਚਾਰ। ਨਾਨਕ ਨੀਚ, ਨਾਨਕ ਵਿਚਾਰਾ, ਤਾਂ ਇਹਨਾਂ ਦੀ ਥੋੜ੍ਹੀ ਜਿਹੀ ਵਿਚਾਰ ਕਰਕੇ ਦੱਸ ਰਿਹਾ ਹੈ, ਪਰ ਇਹਨਾਂ ਨੀਚਾਂ ਦੀ ਵੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਹੜੇ ਇਹ ਦੱਸੇ ਮਹਾਰਾਜ ਨੇ। ਵਾਰਿਆ ਨਾ ਜਾਵਾਂ ਏਕ ਵਾਰ, ਮੈਂ ਤਾਂ ਹੇ ਪ੍ਰਭੂ ਤੇਰੇ ਤੋਂ ਸਦਕੇ ਹੋਣ ਜੋਗਾ ਨਹੀਂ ਹੈ। ਤੇਰੀ ਹਸਤੀ ਬਹੁਤ ਵੱਡੀ ਹੈ, ਮੈਂ ਤਾਂ ਇੱਕ ਕਣਕਾਂ, ਇੱਕ ਮਾਮੂਲੀ ਹਾਂ। ਮੈਂ ਤੇਰੇ ਤੋਂ ਸਦਕੇ ਵੀ ਨਹੀਂ ਜਾ ਸਕਦਾ, ਸਦਕੇ ਜਾਣ ਜੋਗਾ ਵੀ ਨਹੀਂ ਹੈ ਮੈਂ ਤਾਂ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਪ੍ਰਭੂ, ਜਿਹੜਾ ਕੁਝ ਤੈਨੂੰ ਚੰਗਾ ਲੱਗਦਾ, ਜੋ ਕੰਮ ਤੈਨੂੰ ਚੰਗਾ ਲੱਗਦਾ, ਮੇਰੇ ਵਾਸਤੇ ਉਹੀ ਕੰਮ ਚੰਗਾ ਹੋ ਸਕਦਾ। ਜਿਹੜਾ ਕੰਮ ਰੱਬ ਨੂੰ ਚੰਗਾ ਲੱਗਦਾ ਨਾ, ਉਹ ਕੰਮ ਹੀ ਸਾਡੇ ਵਾਸਤੇ ਚੰਗਾ ਹੋ ਸਕਦਾ।
ਭਾਵ ਮੇਰੇ ਉੱਤੇ ਕਿਰਪਾ ਕਰ, ਮੈਨੂੰ ਤੇਰਾ ਕੀਤਾ ਹੋਇਆ ਕੰਮ ਚੰਗਾ ਲੱਗੇ, ਭਾਵ ਮੈਂ ਤੇਰੀ ਰਜ਼ਾ ਵਿੱਚ ਚੱਲ ਸਕਾਂ, ਮੈਂ ਤੇਰੇ ਹਰ ਹੁਕਮ ਨੂੰ ਸੱਤ ਕਰਕੇ ਮੰਨਾਂ। ਕਿਉਂਕਿ ਕੂੜ ਦੀ ਪਲ ਤਾਂ ਹੀ ਢਹਿਣੀ ਆ, ਮਹਾਰਾਜ ਦਾ ਹੁਕਮ ਆ ਨਾ, ਫਰਮਾਨ ਆਪਾਂ ਨੇ ਪੜ੍ਹਿਆ ਪਿੱਛੇ ਵਿਚਾਰ ਕਿ ਕਿਵੇਂ ਕੂੜ ਦੀ ਪਾਲ ਕਿਵੇਂ ਢਹਿਣੀ ਆ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ, ਉਹਦੀ ਰਜ਼ਾ ਵਿੱਚ ਚੱਲ ਕੇ ਉਹਦੇ ਹੁਕਮ ਨੂੰ ਸੱਤ ਮੰਨ ਕੇ ਤਦ ਹੀ ਮੇਰਾ ਤੇਰੇ ਨਾਲ ਮਿਲਾਪ ਹੋ ਸਕਦਾ। ਹੇ ਪ੍ਰਭੂ, ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਮੇਰੇ ਵਾਸਤੇ ਉਹੀ ਕੰਮ ਚੰਗਾ ਹੋ ਸਕਦਾ। ਸਾਡੇ ਵਾਸਤੇ ਤੇਰੀ ਰਜ਼ਾ ਵਿੱਚ ਚੱਲਣਾ ਹੀ ਠੀਕ ਹੈ। ਭਾਵ ਜੋ ਕੁਝ ਤੂੰ ਕਰ ਰਿਹਾ ਹੈ ਸਾਡੇ ਵਾਸਤੇ ਉਹੀ ਚੰਗਾ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਕਾਇਮ ਰਹਿਣ ਵਾਲਾ, ਤੂੰ ਅਟਲ ਹੈ, ਤੂੰ ਨਾਸ ਹੋਣ ਵਾਲਾ ਨਹੀਂ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਰੱਬ ਦਾ ਕਿਵੇਂ ਅੰਤ ਪਾ ਲਵਾਂਗੇ? ਉਹਦੇ ਇਹੋ ਜਿਹੇ ਪੈਦਾ ਕੀਤੇ ਹੋਏ ਮਨੁੱਖਾਂ ਦਾ, ਜੀਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਨਿੰਦਕਾਂ ਦਾ ਹੀ ਅੰਤ ਪਾ ਲਓ, ਨਿੰਦਕਾਂ ਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ। ਪਾਪੀਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਚੰਗੇ ਬੰਦਿਆਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਉਹ ਬੇਅੰਤ ਹੈ, ਬੇਅੰਤ ਹੈ। ਉਹਦੀ ਰਜ਼ਾ ਵਿੱਚ ਚੱਲਣਾ ਹੀ ਸਾਡੇ ਲਈ ਠੀਕ ਹੈ। ਸੋ ਇਹ ਵਿਚਾਰ ਸੀ 18ਵੀਂ ਪੌੜੀ ਦੀ। ਸੋ 19ਵੀਂ ਪੌੜੀ ਦੀ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।